ਅੱਜਕੱਲ ਜਿਹੜੀ ਐਵਰੇਜ ਏਜ ਸੀਗੀ ਜਿਹਦੇ ਕਰਕੇ ਕਿ ਆਸਟੀਓਆਰਥਰਾਈਟਿਸ ਸੈਟ ਇਨ ਹੁੰਦੀ ਹੈ, ਜੋ ਏਜ ਕਰਕੇ ਸਾਨੂੰ ਤਕਲੀਫਾਂ ਦਿੰਦੀਆਂ ਹਨ, ਉਹ ਹੌਲੀ ਹੌਲੀ 5-10 ਸਾਲ ਪਹਿਲਾਂ ਆਉਂਦਾ ਜਾ ਰਿਹਾ ਹੈ, ਕਿਉਂਕਿ ਸਾਡਾ ਲਾਈਫ ਸਟਾਈਲ ਕਮਰੇ ਦੇ ਵਿੱਚ ਰਹਿ ਗਿਆ ਹੈ। ਅਸੀਂ ਇਹਨੂੰ ਰੈਗੂਲਰ ਐਕਸਰਸਾਈਜ਼ ਨਹੀਂ ਕਰ ਰਹੇ। ਇਹਦਾ ਕਾਫੀ ਜ਼ਿੰਮਾ ਸਾਡਾ ਵਜ਼ਨ, ਫਾਸਟ ਫੂਡ ਔਰ ਲੈਕ ਆਫ ਐਕਸਰਸਾਈਜ਼ ਹੈ। ਇੱਕ ਐਸੀ ਚੀਜ਼ ਆ, ਮੈਨੂੰ ਲੱਗਦਾ ਵੀ ਫਲਾਣੇ ਬੰਦੇ ਦੀ, ਕਹਿੰਦੇ ਬਜ਼ੁਰਗ ਦੀ ਜਾਂ ਕਿਸੇ ਬੀਬੀ ਦੀ ਮੈਂ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਕਹਿੰਦੇ ਨੇ ਇਹਦੀ ਭਾਈ ਗੋਡੇ ਦੀ ਗਰੀਸ ਮੁੱਕ ਗਈ। ਇਹ ਹੁੰਦੀ ਕੀ ਹੈ ਤੇ ਖਤਮ ਕਿਸ ਤਰੀਕੇ ਨਾਲ ਹੁੰਦੀ, ਇਹ ਵੀ ਜ਼ਰੂਰ। ਕਾਰਟਿਲੇਜ ਹੈ ਜਿਹੜੀ ਕਿ ਨਾਰਮਲ ਕਾਰਟਿਲੇਜ ਹਰ ਬੰਦੇ ਦੇ ਵਿੱਚ ਹੁੰਦੀ, ਬੜੀ ਮੁਲਾਇਮ ਜੋ ਪਰਮਾਤਮਾ ਨੇ ਦਿੱਤੀ ਹੈ। ਔਰ ਇਹਦੀ ਹੀ ਮੈਂ ਮੁਲਾਇਮਤਾ ਬਾਰੇ ਗੱਲ ਕਰ ਰਿਹਾ ਸੀ ਕਿ ਜਿਹੜੀ ਇਹਦੀ ਰੈਜ਼ਿਸਟੈਂਸ ਹੈ ਜਦੋਂ ਇਹ ਸਰਕਦੀ ਹੈ ਇੱਕ ਦੂਜੇ ਦੇ ਨਾਲ, ਇਹ ਬਰਫ਼ ਦੀ ਸਿੱਲੀ ਤੋਂ ਵੀ 1000 ਗੁਣਾ ਮੁਲਾਇਮ ਹੁੰਦੀ ਹੈ। ਬਟ ਹੌਲੀ ਹੌਲੀ ਉਮਰ ਕਰਕੇ ਜਿਹਦਾ ਲਾਲ ਲਾਲ ਤੁਸੀਂ ਨਿਸ਼ਾਨ ਦੇਖ ਰਹੇ ਹੋ, ਇਹ ਘਸਦੀ ਹੈ ਥੋੜੀ ਸੱਟ ਲੱਗਣ ਨਾਲ, ਥੋੜਾ ਜ਼ਿਆਦਾ ਬੈਂਡ ਕਰਨ ਨਾਲ, ਕੁਝ ਏਜ ਕਰਕੇ ਜਿੱਦਾਂ ਮੂੰਹ ਤੇ ਝੁਰੀਆਂ ਪੈਂਦੀਆਂ ਜਾਂ ਵਾਲ ਥੋੜੇ ਚਿੱਟੇ ਹੁੰਦੇ, ਇਹਦੇ ਵਿੱਚ ਵੀ ਥੋੜਾ ਫਰਕ ਆਉਂਦਾ ਹੈ। ਜਦੋਂ ਇਹ ਚੀਜ਼ ਆਉਂਦੀ ਹੈ ਤੇ ਸਾਡੇ ਗੋਡੇ ਦੇ ਵਿੱਚ ਆਵਾਜ਼ ਵੀ ਆਉਣੀ ਸ਼ੁਰੂ ਹੁੰਦੀ ਹੈ। ਕਦੀ ਕਦੀ ਅਸੀਂ ਜਦੋਂ ਹੱਡੀ ਰਗੜ ਕਰਦੀ ਹੈ ਤੇ ਇਹ ਹੌਲੀ ਹੌਲੀ ਇਹ ਵੱਧ ਜਾਂਦੀ ਹੈ ਤੇ ਇਸੇ ਨੂੰ ਹੀ ਅਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਸਾਡੇ ਬਜ਼ੁਰਗ ਘਿਓ ਵੱਧ ਖਾਂਦੇ ਹੁੰਦੇ ਸੀਗੇ, ਖੁਰਾਕਾਂ ਕੁਝ ਉਸ ਤਰੀਕੇ ਦੀ ਹੁੰਦੀ, ਪੰਜੀਰੀਆਂ ਖਾ ਲਈਆਂ, ਕੁਝ ਇਸ ਤਰੀਕੇ ਦੇਸੀ ਘਿਓ ਦੀ ਬਣੀਆਂ ਚੀਜ਼ਾਂ ਖਾ ਲਈਆਂ। ਖਾਸ ਤੌਰ ਤੇ ਦੇਸੀ ਘਿਓ ਗੋਡਿਆਂ ਦੇ ਦਰਦ ਨੂੰ ਕਿੰਨਾ ਕੁ ਵਧਾਉਂਦਾ ਜਾਂ ਕਿੰਨਾ ਘਟਾਉਂਦਾ, ਜੇ ਮੈਂ ਤੁਹਾਡੇ ਤੋਂ ਪੁੱਛਾਂ? ਇਹ ਪੂਰੇ ਦੁਨੀਆ 'ਚ ਦੇਖਿਆ ਗਿਆ ਹੈ ਕਿ ਅਗਰ ਅਸੀਂ ਕੋਈ ਵੀ ਆਪਰੇਸ਼ਨ ਮੰਨੀਏ ਕਿ ਕਿਹੜਾ ਨੰਬਰ 1 ਆਪਰੇਸ਼ਨ ਹੈ, ਤੇ ਸਾਰਿਆਂ ਲੋਕਾਂ ਨੇ ਦੁਨੀਆ ਭਰ ਦੇ ਜਿਹੜਾ ਇਹ ਜੋੜ ਬਦਲਣ ਦਾ ਆਪਰੇਸ਼ਨ ਹੈ, ਇਹਨੂੰ ਬਾਈਪਾਸ ਦੇ ਉੱਤੇ ਜਾਂ ਟ੍ਰਾਂਸਪਲਾਂਟ ਤੋਂ ਉੱਤੇ ਮੰਨਿਆ ਗਿਆ ਹੈ, ਜਿਹਨੇ ਕਿ ਕੁਆਲਿਟੀ ਆਫ ਲਾਈਫ ਆਦਮੀ ਦੀ ਬਦਲ ਦਿੱਤੀ ਹੈ। ਸੋ ਇੰਨਾ ਵਧੀਆ ਆਪਰੇਸ਼ਨ ਹੈ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਤਕਰੀਬਨ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਦਾ ਇਹ ਆਪਰੇਸ਼ਨ ਹੋਇਆ ਹੁੰਦਾ ਹੈ। ਸੋ ਇਹ ਇੰਨਾ ਵਧੀਆ ਔਰ ਇੰਨਾ ਕਾਮਨ ਆਪਰੇਸ਼ਨ ਹੈ ਕਿ ਸਾਨੂੰ ਡਰਨ ਦੀ ਤੇ ਬਿਲਕੁਲ ਵੀ ਲੋੜ ਨਹੀਂ ਹੈ। ਅੱਜ ਕੱਲ੍ਹ ਜੇ ਮੈਂ ਆਮ ਬਾਹਰ ਵੀ ਜਾ ਕੇ ਸੁਸਾਇਟੀ ਦੇ ਵਿੱਚ ਕਿਤੇ ਦੇਖ ਲਵਾਂ ਤਾਂ ਯੰਗ ਏਜ, ਮੇਰੀ ਏਜ ਦੇ ਮੁੰਡੇ ਵੀ ਜਿਹੜੇ ਨੇ, ਉਹਨਾਂ ਦੇ ਵੀ ਜਿਹੜੇ ਗੋਡੇ ਖਰਾਬ ਹੋ ਰਹੇ ਨੇ। ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਸੀਂ ਡਾਕਟਰ ਹੋ, ਤੁਹਾਡੇ ਕੋਲੇ ਸਪੈਸ਼ਲੀ ਲੋਕ ਇਸ ਕਰਕੇ ਆਉਂਦੇ ਨੇ, ਕਾਰਨ ਕੀ ਹੈ? ਸਭ ਤੋਂ ਪਹਿਲਾਂ ਕਾਰਨ ਦੀ ਸਭ ਤੋਂ ਮੇਨ ਕਾਰਨ ਇਹ ਬਣ ਰਿਹਾ ਅੱਜ ਕੱਲ੍ਹ ਇਹ ਪ੍ਰੋਬਲਮ ਵਧਣ ਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕੀ ਕੀ ਕਹਿਣਗੇ। ਅਸੀਂ ਆਪਣੀ ਸਿਹਤ ਦੇ ਹਿਸਾਬ ਨਾਲ ਇਸ ਚੀਜ਼ ਨੂੰ ਫੜਨਾ ਕੋਈ ਵੱਡੀ ਗੱਲ ਨਹੀਂ ਹੈ, ਔਰ ਉਹਦੇ ਨਾਲ ਗੋਡੇ ਬਚੇ ਰਹਿੰਦੇ ਹੈ, ਭਾਰ ਥੋੜਾ ਹੱਥ ਤੇ ਆ ਜਾਂਦਾ ਹੈ ਔਰ ਕਸਾਵਟ ਨਹੀਂ ਹੁੰਦੀ। ਸੋ ਜੋੜ ਬਦਲਣਾ ਅਸੀਂ ਥੋੜਾ ਡਿਲੇ ਕਰ ਸਕਦੇ ਹਾਂ। ਚਲੋ ਆਪਾਂ ਇਹ ਕਹੀਏ, ਜੇ ਕੋਈ ਆਪਰੇਟ ਕਰਾਉਣ ਦੀ ਨੌਬਤ ਹੀ ਨਾ ਆਵੇ, ਕੁਝ ਐਸੇ ਦੇਸੀ ਨੁਸਖੇ ਜਾਂ ਐਸੀ ਕੁਝ ਐਕਸਰਸਾਈਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਘਰ ਬੈਠੇ ਉਹ ਟਰਾਈ ਕਰ ਲੈਣ ਏਜ ਦੇ ਅਕੋਰਡਿੰਗ। ਜੇ ਮੰਨ ਲਓ ਏਜਡ ਜਿਹੜੇ ਨੇ ਮੇਰੇ ਬਜ਼ੁਰਗ ਜਿਹੜੇ ਦੇਖ ਰਹੇ ਹੋਣਗੇ ਮਾਪੇ, ਉਹ ਕਿਹੜੀ ਐਕਸਰਸਾਈਜ਼ ਜਾਂ ਕੀ ਕੁਝ ਲਗਾ ਸਕਦੇ ਨੇ, ਕੁਝ ਤੇਲ ਲਾ ਲੈਂਦੇ, ਤੇਲਾਂ ਦਾ ਤੇਲ, ਕੁਝ ਐਸੇ ਤਰੀਕੇ ਦੀ ਚੀਜ਼ਾਂ ਹੁੰਦਾ, ਦੇਸੀ ਨੁਸਖੇ ਜ਼ਰੂਰ ਦੱਸੋ ਤੇ ਕੁਝ ਐਕਸਰਸਾਈਜ਼ ਜ਼ਰੂਰ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹੋ। ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅੱਜ ਕੱਲ੍ਹ ਜਿੱਥੇ ਇਨਸਾਨ ਨੇ ਪੈਸਾ ਬਹੁਤ ਕਮਾਇਆ, ਉੱਥੇ ਨਾਲ ਹੀ ਪੈਸੇ ਦੇ ਬਿਮਾਰੀਆਂ ਵੀ ਬਹੁਤ ਕਮਾ ਲਈਆਂ। ਪੈਸੇ ਦੀ ਦੌੜ ਐਸੀ ਲੱਗੀ ਹੋਈ ਹੈ ਕਿ ਹਰ ਇੱਕ ਬੰਦੇ ਨੂੰ ਹੁੰਦਾ ਹੈ ਕਿ ਮੇਰੇ ਕੋਲੇ ਪੈਸਾ ਸਭ ਤੋਂ ਵੱਧ ਹੋਵੇ ਤਾਂ ਕਿ ਮੇਰਾ ਆਉਣ ਵਾਲਾ ਟਾਈਮ ਜਿਹੜਾ ਨਾ ਉਹ ਚੰਗਾ ਨਿਕਲ ਜਾਵੇ। ਪਰ ਉਸ ਪੈਸੇ ਦੀ ਦੌੜ ਦੇ ਵਿੱਚ ਬਿਮਾਰੀਆਂ ਵੀ ਇੰਨੀਆਂ ਕੁ ਆਪਣੇ ਸਰੀਰ ਨੂੰ ਲਾ ਲੈਂਦੇ ਨੇ ਕਿ ਮੈਂ ਦੱਸ ਨਹੀਂ ਸਕਦਾ। ਤੇ ਇੱਕ ਐਸੀ ਬਿਮਾਰੀ ਦੀ ਅੱਜ ਮੈਂ ਗੱਲ ਕਰਨ ਲੱਗਿਆ ਨਾ, ਜੇ ਇਹ ਮੈਂ ਬਿਮਾਰੀ ਮੈਂ ਤੁਹਾਨੂੰ ਦੱਸਾਂ, ਵੈਸੇ ਤਾਂ ਇੱਕ ਬਿਮਾਰੀ ਹੀ ਹੈ, ਇਹ ਨਾ ਮੰਨਣ ਵਾਲੇ ਮੰਨ ਵੀ ਸਕਦੇ ਨੇ, ਨਾ ਮੰਨਣ ਵਾਲੇ ਨਾ ਮੰਨਣ। ਕਹਿੰਦੇ ਕਿ ਕਿਸੇ ਵੀ ਪਿੰਡ ਦੇ ਵਿੱਚ ਵੀ ਜੇ ਅੱਜ ਮੈਂ ਚੱਲ ਜਾਣਾ ਤਾਂ ਹਰ ਇੱਕ ਬਜ਼ੁਰਗ ਬੀਬੀ ਵੀ ਕਹਿੰਦੇ ਹਾਏ ਮੇਰੇ ਗੋਡੇ, ਹਾਏ ਮੇਰੇ ਮੋਢੇ। ਪੌੜੀਆਂ ਚੜ੍ਹਨੀਆਂ ਹੋਣ ਤਾਂ ਔਖਾ ਹੋ ਜਾਂਦਾ ਹੈ, ਗੋਡੇ ਨੂੰ ਫੜ ਕੇ ਬਹੁਤ ਸਹਾਰਾ ਲੈ ਕੇ ਤੁਰਦੇ ਨੇ, ਬੈਠਦੇ ਨੇ, ਉੱਠਦੇ ਨੇ, ਤੁਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ। ਇਹ ਨੀ ਜੁਆਇੰਟ ਪੇਨ ਜਿਹੜਾ ਹੁੰਦਾ ਇੰਨਾ ਕੁ ਜ਼ਿਆਦਾ ਮੁਸ਼ਕਿਲ ਹੁੰਦਾ ਆ। ਫਿਰ ਇੱਕ ਸਟੇਜ ਐਸੀ ਆ ਜਾਂਦੀ ਹੈ ਜਿੱਥੇ ਕਹਿ ਦਿੰਦੇ ਨੇ ਕਿ ਹੁਣ ਤਾਂ ਤੁਹਾਡੇ ਗੋਡੇ ਬਦਲੇ ਜਾਣੇ ਨੇ। ਤੇ ਜਦੋਂ ਬੰਦਾ ਇਹ ਸੁਣ ਲੈਂਦਾ ਤਾਂ ਬੰਦਾ ਡਰ ਜਾਂਦਾ ਹੈ ਵੀ ਮੈਨੂੰ ਲੱਗਦਾ ਵੀ ਹੁਣ ਖਤਮ, ਇਸ ਤੋਂ ਪਿੱਛੇ ਮੁੜਿਆ ਹੀ ਨਹੀਂ ਜਾ ਸਕਦਾ। ਕਿ ਕੀ ਇਹ ਸੱਚਮੁੱਚ ਦੇ ਵਿੱਚ ਜੇ ਮੰਨ ਲਓ ਕਿਸੇ ਦੇ ਗੋਡੇ ਰਿਪਲੇਸ ਹੁੰਦੇ ਵੀ ਨੇ, ਬਦਲਣ ਦੀ ਨੌਬਤ ਆਂਦੀ ਵੀ ਹੈ, ਉਹ ਕਿੰਨਾ ਕੁ ਜ਼ਿਆਦਾ ਕਾਰਗਰ ਹੁੰਦਾ ਆ। ਅੱਜ ਮੇਰੇ ਨਾਲ ਜੇ ਮੈਂ ਗੱਲ ਕਰਾਂ ਤਾਂ ਇੰਡੀਆ ਦੇ ਟੌਪ ਸਰਜਨਸ ਦੇ ਵਿੱਚੋਂ ਇਹ ਗਿਣਵੇਂ ਚੁਣਵੇਂ ਕੋਈ ਸਰਜਨਸ ਨੇ ਜਿਹੜੇ
ਇਸ ਮਾਹਿਰ ਨੇ, ਇਸ ਚੀਜ਼ ਨੂੰ ਲੈ ਕੇ ਪੂਰੇ ਮਾਹਿਰ ਨੇ। ਉਹਨਾਂ ਵਿੱਚੋਂ ਹੀ ਇੱਕ ਡਾਕਟਰ SS ਢਿੰਗਰਾ ਜੀ ਮੇਰੇ ਨਾਲ ਹੋਣਗੇ। ਉਹਨਾਂ ਨਾਲ ਪ੍ਰੋਪਰਲੀ ਗੱਲਬਾਤ ਕਰੂੰਗਾ ਕਿ ਪ੍ਰੋਬਲਮ ਆਉਂਦੀ ਕਿਉਂ ਹੈ, ਕਿਸ ਤਰੀਕੇ ਦੇ ਨਾਲ ਆਉਂਦੀ ਹੈ, ਕਿਹੜੇ ਕਿਹੜੇ ਨੁਸਖੇ ਨੇ, ਕਿਹੜੀ ਕਿਹੜੀ ਐਕਸਰਸਾਈਜ਼ਸ ਨੇ ਜਿਹੜੀਆਂ ਤੁਸੀਂ ਘਰ ਬੈਠੇ ਆਹ ਵੀਡੀਓ ਵੇਖ ਕੇ ਕਰ ਸਕਦੇ ਹੋ। ਡਾਕਟਰ ਤੱਕ ਆਉਣ ਦੀ ਵੀ ਲੋੜ ਨਹੀਂ, ਪਰ ਫਿਰ ਵੀ ਜੇ ਪ੍ਰੋਬਲਮ ਆਉਂਦੀ ਹੈ, ਨੰਬਰ, ਐਡਰੈਸ, ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਦੇ ਕੇ ਜਾਊਂਗਾ। ਸਰ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ, ਬੜੀ ਖੁਸ਼ੀ ਹੈ ਕਿ ਤੁਹਾਡੇ ਨਾਲ ਇੱਥੇ ਬੈਠੇ ਹਾਂ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਕਾਫੀ ਜਾਣਕਾਰੀ ਦੇ ਸਕਦੇ ਹਾਂ। ਪਰਫੈਕਟ। ਸ਼ੁਰੂਆਤ ਕਰਦੇ ਹਾਂ ਸਰ। ਅਕਸਰ ਪਹਿਲਾਂ ਤਾਂ ਹੁੰਦਾ ਸੀ ਵੀ ਪਿੰਡਾਂ ਦੇ ਵਿੱਚ ਦੇਸੀ ਖੁਰਾਕਾਂ ਹੁੰਦੀਆਂ ਸੀ, ਘਿਓ ਵਗੈਰਾ ਖਾਂਦੇ ਹੁੰਦੇ ਸੀ ਆਪਣੇ ਬਜ਼ੁਰਗ ਜਿਹੜੇ ਹੁੰਦੇ ਸੀਗੇ। ਉਹਨਾਂ ਨੂੰ ਮੈਂ ਕਦੇ ਨਹੀਂ ਸੀ ਸੁਣਿਆ ਕਿ ਪ੍ਰੋਬਲਮ ਆਈ ਹੋਵੇ ਵੀ ਗੋਡੇ ਨੂੰ ਫੜ ਕੇ ਬੈਠੇ ਹੋਣ ਜਾਂ ਕਿਸੇ ਹੋਰ ਤਰੀਕੇ ਦੀ ਚੀਜ਼ ਆ ਵੀ ਮੈਨੂੰ ਗੋਡੇ ਖੜਿਆ ਹੋ ਰਿਹਾ, ਮੇਰੇ ਤੋਂ ਖੜਾ ਨਹੀਂ ਹੋਇਆ ਜਾ ਰਿਹਾ, ਸਹਾਰਾ ਲੈ ਕੇ ਬਹਿੰਦੇ ਹੋਣ, ਸਹਾਰਾ ਲੈ ਕੇ ਉੱਠਦੇ ਹੋਣ। ਹਾਂ, ਇੱਕ ਏਜ ਹੁੰਦੀ ਸੀ, ਪਰ ਅੱਜ ਕੱਲ੍ਹ ਜੇ ਮੈਂ ਆਮ ਬਾਹਰ ਵੀ ਜਾ ਕੇ ਸੁਸਾਇਟੀ ਦੇ ਵਿੱਚ ਕਿਤੇ ਦੇਖ ਲਵਾਂ ਤਾਂ ਯੰਗ ਏਜ, ਮੇਰੀ ਏਜ ਦੇ ਮੁੰਡੇ ਵੀ ਜਿਹੜੇ ਨੇ, ਉਹਨਾਂ ਦੇ ਵੀ ਜਿਹੜੇ ਗੋਡੇ ਖਰਾਬ ਹੋ ਰਹੇ ਨੇ। ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਸੀਂ ਡਾਕਟਰ ਹੋ, ਤੁਹਾਡੇ ਕੋਲੇ ਸਪੈਸ਼ਲੀ ਲੋਕ ਇਸ ਕਰਕੇ ਆਉਂਦੇ ਨੇ, ਕਾਰਨ ਕੀ ਹੈ? ਸਭ ਤੋਂ ਪਹਿਲਾਂ ਕਾਰਨ ਵੀ, ਸਭ ਤੋਂ ਮੇਨ ਕਾਰਨ ਇਹ ਬਣ ਰਿਹਾ ਅੱਜ ਕੱਲ੍ਹ ਇਹ ਪ੍ਰੋਬਲਮ ਵਧਣ ਦਾ। ਦੇਖੋ ਗੁਰਪ੍ਰੀਤ, ਇਹਦਾ ਨਾ ਇੱਕ ਕਾਰਨ ਜੋ ਮੇਨ ਹੈ ਕਿ ਲੋਕਾਂ ਨੂੰ ਇਹ ਗੋਡਿਆਂ ਦੀ ਪ੍ਰੋਬਲਮ ਬਹੁਤ ਦੇਖਣ 'ਚ ਆ ਰਹੀ ਹੈ, ਉਹ ਇਹ ਹੈ ਸਾਡਾ ਲਾਈਫ ਸਟਾਈਲ। ਤੁਸੀਂ ਦੇਖਿਆ ਹੋਣਾ ਸਾਡੇ ਖਾਣ ਪੀਣ ਦੇ ਵਿੱਚ ਜਿਹੜਾ ਮੋਟਾਪਾ ਹੈ ਇਹ ਬਹੁਤ ਜ਼ਿਆਦਾ ਸਾਡੀ ਸੁਸਾਇਟੀ 'ਚ ਵਧਿਆ ਹੈ ਔਰ ਉਹਦਾ ਖਾਣ ਪੀਣ ਵੀ ਇਹ ਹੈਗਾ ਕਿ ਫਾਸਟ ਫੂਡ ਬਹੁਤ ਜ਼ਿਆਦਾ ਆ ਗਏ ਹਨ। ਦੂਸਰਾ, ਸਾਡੇ ਲੋਕਾਂ ਨੂੰ ਹੱਥੀ ਤੌਰ ਤੇ ਕੰਮ ਕਰਨ ਦੀ ਆਦਤ ਖਤਮ ਹੁੰਦੀ ਜਾ ਰਹੀ ਹੈ। ਟੈਕਨੋਲੋਜੀ ਨੇ ਇਸ ਤਰ੍ਹਾਂ ਕਰਤਾ ਹੈ ਕਿ ਬੰਦਾ ਆਪਣੇ ਕਮਰੇ ਜੋਗਾ ਹੀ ਰਹਿ ਗਿਆ। AC ਚਲਾਇਆ, ਕੰਪਿਊਟਰ ਚਲਾਇਆ, ਲੈਪਟਾਪ ਚਲਾਇਆ ਤੇ ਆਪਣੇ ਕਮਰੇ 'ਚ ਬੈਠ ਗਿਆ। ਉਹ ਭੁੱਲ ਗਏ ਹਨ ਕਿ ਗਰਮੀ ਸਰਦੀ ਛੱਡ ਕੇ ਆਪਣੀ ਜਗ੍ਹਾ ਤੋਂ ਨਿਕਲ ਕੇ ਐਕਸਰਸਾਈਜ਼ਾਂ ਕਰਨੀਆਂ ਜ਼ਰੂਰੀਆਂ ਹਨ। ਇਹ ਦੇਖਿਆ ਗਿਆ ਹੈ ਕਿ ਜਿਹੜੇ ਵੀ ਸਾਡੇ ਗੋਡੇ ਦੇ ਉੱਤੇ ਕਾਰਟਿਲੇਜ ਹੁੰਦੀ ਹੈ ਉਹ ਤਾਂ ਹੀ ਤੰਦਰੁਸਤ ਰਹਿੰਦੀ ਹੈ ਜੇ ਅਸੀਂ ਰੈਗੂਲਰ ਇੱਕ ਸਿਸਟਮੈਟਿਕ ਤਰੀਕੇ ਨਾਲ ਐਕਸਰਸਾਈਜ਼ ਕਰੀਏ, ਆਪਣੇ ਮਸਲ ਆਪਣੇ ਜੋੜ ਦੇ ਅਰਾਊਂਡ ਰੱਖੀਏ ਮਜ਼ਬੂਤ, ਤਾਂ ਹੀ ਉਹਦੀ ਸਰਕੂਲੇਸ਼ਨ ਵੀ ਵੱਧਦੀ ਹੈ ਔਰ ਕਾਰਟਿਲੇਜ ਦਾ ਨੁਕਸਾਨ ਵੀ ਨਹੀਂ ਹੁੰਦਾ, ਜਿਹਨੂੰ ਅਸੀਂ ਕਿ ਦੇਸੀ ਭਾਸ਼ਾ ਦੇ ਵਿੱਚ ਗਰੀਸ ਸਮਝਦੇ ਹਾਂ। ਚਾਹੇ ਗਰੀਸ ਤੇ ਨਹੀਂ ਹੁੰਦੀ, ਬਟ ਉਹ ਕਾਰਟਿਲੇਜ ਹੀ ਹੈ ਜਿਹਦੇ ਕਰਕੇ ਕਿ ਬੜੇ ਮੁਲਾਇਮ ਸਾਡੇ ਗੋਡੇ ਚੱਲਦੇ ਰਹਿੰਦੇ ਹਨ। ਜਿੱਦਾਂ ਬਰਫ਼ ਦੀ ਸਿੱਲੀ ਉੱਤੇ ਬਰਫ਼ ਦੀ ਸਿੱਲੀ ਰੇੜੀ ਹੈ ਤੇ ਇਹ ਉਸ ਤੋਂ ਵੀ 1000 ਗੁਣਾ ਵੱਧ ਮੁਲਾਇਮ ਹੁੰਦੀ ਹੈ। ਸੋ ਇਹ ਸਾਰੀ ਤੰਦਰੁਸਤੀ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣਾ weight ਨਾ ਵਧਣ ਦਈਏ ਤੇ ਨਾਲੇ ਅਸੀਂ ਰੈਗੂਲਰ ਐਕਸਰਸਾਈਜ਼ ਕਰੀਏ। ਜਿਵੇਂ ਹੁਣ ਤੁਸੀਂ ਗਰੀਸ ਦੀ ਗੱਲ ਕੀਤੀ, ਇਹ ਇੱਕ ਐਸੀ ਚੀਜ਼ ਆ, ਮੈਨੂੰ ਲੱਗਦਾ ਵੀ ਫਲਾਣੇ ਬੰਦੇ ਦੀ, ਕਹਿੰਦੇ ਬਜ਼ੁਰਗ ਦੀ ਜਾਂ ਕਿਸੇ ਬੀਬੀ ਦੀ ਮੈਂ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਕਹਿੰਦੇ ਨੇ ਇਹਦੀ ਭਾਈ ਗੋਡੇ ਦੀ ਗਰੀਸ ਮੁੱਕ ਗਈ। ਇਹ ਹੁੰਦੀ ਕੀ ਹੈ ਤੇ ਖਤਮ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਇਹ ਵੀ ਜ਼ਰੂਰ ਦੱਸੋ। ਦੇਖੋ, ਪਹਿਲੀ ਗੱਲ ਤੇ ਹੈਗੀ ਹੈ ਗਰੀਸ ਸਿਰਫ ਸਮਝਾਉਣ ਵਾਸਤੇ ਵਰਤਿਆ ਜਾਂਦਾ ਹੈ। ਤੁਸੀਂ ਗਰੀਸ ਦੇ ਨਾਲ ਨਾਲ ਲੋਕਾਂ ਨੂੰ ਗੈਪ ਦਾ ਨਾਮ ਵੀ ਸੁਣਿਆ ਹੋਣਾ ਕਿ ਗੈਪ ਪੈ ਗਿਆ ਜਾਂ ਗੈਪ ਘਟ ਗਿਆ। ਇਹ ਲੋਕ ਇਸ ਚੀਜ਼ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ ਹੈ, ਲੇਕਿਨ ਜਿਹੜੀ ਆਮ ਭਾਸ਼ਾ ਸਮਝਦੇ ਹੈ ਉਹਨੂੰ ਤਾਂ ਕਹਿ ਦਿੱਤਾ ਜਾਂਦਾ ਹੈ। ਮੈਂ ਤੁਹਾਨੂੰ ਇੱਕ ਛੋਟੇ ਜਿਹੇ ਮਾਡਲ ਦੇ ਵਿੱਚ ਇਹ ਦਿਖਾਣਾ ਕਿ ਇਹ ਕੀ ਚੀਜ਼ ਨਾਰਮਲ ਹੈ ਔਰ ਕੀ ਚੀਜ਼ ਐਕਚੁਅਲੀ ਹੁੰਦੀ ਹੈ। ਤੇ ਜਿਹਨੂੰ ਅਸੀਂ ਗਰੀਸ ਸਮਝਦੇ ਹਾਂ ਉਹ ਚਾਹੇ ਗਰੀਸ ਨਹੀਂ ਹੁੰਦੀ, ਬਟ ਉਹਦਾ ਅਸਰ ਸਾਨੂੰ ਜੋੜਾਂ 'ਚ ਪੈਂਦਾ ਹੈ। ਮੈਂ ਤੁਹਾਨੂੰ ਇਹ ਦਿਖਾਣਾ ਮਾਡਲ ਦੇ ਨਾਲ। ਅਗਰ ਤੁਸੀਂ ਇਹ ਦੇਖੋ, ਇਹ ਸਾਡੇ ਇੱਕ ਜਿਹੜੀ ਨੀਲਾਪਨ ਹੈਗਾ, ਇਹ ਇੱਕ ਕਾਰਟਿਲੇਜ ਹੈ ਜਿਹੜੀ ਕਿ ਨਾਰਮਲ ਕਾਰਟਿਲੇਜ ਹਰ ਬੰਦੇ ਦੇ ਵਿੱਚ ਹੁੰਦੀ, ਬੜੀ ਮੁਲਾਇਮ ਜੋ ਪਰਮਾਤਮਾ ਨੇ ਦਿੱਤੀ ਹੈ। ਔਰ ਇਹਦੀ ਹੀ ਮੈਂ ਮੁਲਾਇਮਤਾ ਬਾਰੇ ਗੱਲ ਕਰ ਰਿਹਾ ਸੀ ਕਿ ਜਿਹੜੀ ਇਹਦੀ ਰੈਜ਼ਿਸਟੈਂਸ ਹੈ ਜਦੋਂ ਇੱਕ ਤੇ ਸਰਕਦੀ ਹੈ ਇੱਕ ਦੂਜੇ ਦੇ ਨਾਲ, ਇਹ ਬਰਫ਼ ਦੀ ਸਿੱਲੀ ਤੋਂ ਵੀ 1000 ਗੁਣਾ ਮੁਲਾਇਮ ਹੁੰਦੀ ਹੈ। ਬਟ ਹੌਲੀ ਹੌਲੀ ਉਮਰ ਕਰਕੇ ਜਿਹਦਾ ਲਾਲ ਲਾਲ ਤੁਸੀਂ ਨਿਸ਼ਾਨ ਦੇਖ ਰਹੇ ਹੋ, ਇਹ ਘਸਦੀ ਹੈ। ਥੋੜੀ ਸੱਟ ਲੱਗਣ ਨਾਲ, ਥੋੜਾ ਜ਼ਿਆਦਾ ਬੈਂਡ ਕਰਨ ਨਾਲ, ਕੁਝ ਏਜ ਕਰਕੇ ਜਿੱਦਾਂ ਮੂੰਹ ਤੇ ਝੁਰੀਆਂ ਪੈਂਦੀਆਂ ਜਾਂ ਵਾਲ ਥੋੜੇ ਚਿੱਟੇ ਹੁੰਦੇ, ਇਹਦੇ ਵਿੱਚ ਵੀ ਥੋੜਾ ਫਰਕ ਆਉਂਦਾ ਹੈ। ਜਦੋਂ ਇਹ ਚੀਜ਼ ਆਉਂਦੀ ਹੈ ਤੇ ਸਾਡੇ ਗੋਡੇ ਦੇ ਵਿੱਚ ਆਵਾਜ਼ ਵੀ ਆਣੀ ਸ਼ੁਰੂ ਹੁੰਦੀ ਹੈ। ਕਦੀ ਕਦੀ ਅਸੀਂ ਜਦੋਂ ਹੱਡੀ ਰਗੜ ਕਰਦੀ ਹੈ ਤੇ ਇਹ ਹੌਲੀ ਹੌਲੀ ਇਹ ਵੱਧ ਜਾਂਦੀ ਹੈ ਤੇ ਇਸੇ ਨੂੰ ਹੀ ਅਸੀਂ ਗਰੀਸ ਬਣ ਕੇ ਚੱਲਦੇ ਹਾਂ। ਅਗਰ ਅਸੀਂ ਇਹਨਾਂ ਦਾ ਐਕਸਰੇ ਦੇਖੀਏ ਇਹਨਾਂ ਗੋਡਿਆਂ ਦਾ, ਤੇ ਉਹਦੇ ਵਿੱਚ ਸਾਨੂੰ ਸ਼ੁਰੂ ਦੇ ਵਿੱਚ ਗੈਪ ਨਜ਼ਰ ਆਏਗਾ ਕਿਉਂਕਿ ਕਾਰਟਿਲੇਜ ਦੀ ਜਿਹੜੀ ਲੇਅਰ ਹੈ ਉਹ ਮੋਟੀ ਹੁੰਦੀ ਹੈ। ਹੱਡੀਆਂ ਹਵਾ 'ਚ ਨਹੀਂ ਹੁੰਦੀਆਂ, ਬਟ ਉਹ ਕਾਰਟਿਲੇਜ ਇੱਕ ਦੂਜੇ ਉੱਤੇ ਬੈਠੀ ਹੁੰਦੀ ਹੈ, ਲੇਕਿਨ ਉਹ ਨਜ਼ਰ ਐਕਸਰੇ ਉੱਤੇ ਨਹੀਂ ਆਉਂਦੀ। ਟਾਈਮ ਨਾਲ ਉਹ ਘਸਦੀ ਹੈ ਤੇ ਅਸੀਂ ਦੇਖਦੇ ਹਾਂ ਕਿ ਹੱਡੀ ਆਪਸ ਦੇ ਵਿੱਚ ਜੁੜਦੀ ਪਈ ਹੈ ਐਕਸਰੇ ਦੇ ਵਿੱਚ। ਔਰ ਉਹ ਜਦੋਂ ਜੁੜਦੀ ਹੈ, ਹੱਡੀ ਦੇ ਵਿੱਚ ਪ੍ਰੈਸ਼ਰ ਬਣਦੇ ਹਨ ਤੇ ਉਹ ਉਹਦੇ ਅੰਦਰ ਇੱਕ ਫਿਸ਼ਰਸ ਬਣ ਕੇ ਸਾਈਡ ਦੇ ਨੁਕਰਾਂ ਵੀ ਵੱਧਦੀਆਂ ਪ੍ਰੈਸ਼ਰ ਦੇ ਨਾਲ, ਸਿਸਟ ਵੀ ਬਣਦੇ ਹਨ। ਬਟ ਇਹ ਚੇਂਜਸ ਹਰ ਇੱਕ ਨੂੰ ਆਉਂਦੀਆਂ, ਕਿਸੇ ਵਿੱਚ ਘੱਟ, ਕਿਸੇ ਵਿੱਚ ਜ਼ਿਆਦਾ। ਉਹ ਕੁਝ ਸਾਡੀ ਪੈਦਾਇਸ਼ੀ ਬਣਤਰ ਹੁੰਦੀ ਹੈ, ਉਹਦੇ ਉੱਤੇ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਗੋਡਿਆਂ ਦਾ ਇਸਤੇਮਾਲ ਕਰਦੇ ਹਾਂ। ਕੀ ਅਸੀਂ ਗੋਡੇ ਜ਼ਿਆਦਾ ਮੋੜਦੇ ਹਾਂ, ਕੀ ਅਸੀਂ ਪੌੜੀਆਂ ਜ਼ਿਆਦਾ ਚੜ੍ਹਦੇ ਹਾਂ,
ਜਾਂ ਇਹਨੂੰ ਰੈਗੂਲਰ ਐਕਸਰਸਾਈਜ਼ ਕਰਕੇ ਮਜ਼ਬੂਤ ਬਣਾਉਂਦੇ ਹਾਂ। ਸੋ ਇਹ ਸਾਈਕਲ ਸਾਡੇ ਨਾਲ ਚੱਲਦਾ ਹੈ ਤੇ ਇੱਕ ਦੂਜੇ ਨੂੰ ਸਮਝਾਉਣ ਵਾਸਤੇ ਅਸੀਂ ਕਦੀ ਗਰੀਸ ਦਾ ਨਾਮ ਲੈ ਲੈਂਦੇ ਹਾਂ, ਕਦੀ ਗੈਪ ਦਾ ਨਾਮ ਲੈ ਲੈਂਦੇ ਹਾਂ, ਬਟ ਅੰਦਰ ਕੋਈ ਗਰੀਸ ਨਹੀਂ ਹੁੰਦੀ। ਔਰ ਜੇ ਕੋਈ ਬਜ਼ੁਰਗ ਇਹ ਸੋਚਦਾ ਕਿ ਗਰੀਸ ਹੈਗੀ ਹੈ ਔਰ ਉਹਦੇ ਕਰਕੇ ਘਿਓ ਵੱਧ ਖਾਣਾ ਸ਼ੁਰੂ ਕਰ ਦੇ ਤਾਂ ਬਹੁਤ ਗਲਤ ਗੱਲ ਹੈ। ਉਹਦੇ ਨਾਲ ਭਾਰ ਵਧੇਗਾ, ਗੋਡੇ ਨਹੀਂ ਠੀਕ ਹੋਣੇ। ਵੈਸੇ ਜਿਵੇਂ ਪੁਰਾਣੀ, ਜਿਵੇਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਸਾਡੇ ਬਜ਼ੁਰਗ ਘਿਓ ਵੱਧ ਖਾਂਦੇ ਹੁੰਦੇ ਸੀਗੇ, ਖੁਰਾਕਾਂ ਕੁਛ ਉਸ ਤਰੀਕੇ ਦੀ ਹੁੰਦੀ, ਪੰਜੀਰੀਆਂ ਖਾ ਰਹੀਆਂ, ਕੁਛ ਇਸ ਤਰੀਕੇ ਦੇਸੀ ਘਿਓ ਦੀ ਬਣੀਆਂ ਚੀਜ਼ਾਂ ਖਾ ਲਈਆਂ। ਖਾਸ ਤੌਰ ਤੇ ਦੇਸੀ ਘਿਓ ਗੋਡਿਆਂ ਦੇ ਦਰਦ ਨੂੰ ਕਿੰਨਾ ਕੁ ਵਧਾਉਂਦਾ ਜਾਂ ਕਿੰਨਾ ਘਟਾਉਂਦਾ, ਜੇ ਮੈਂ ਤੁਹਾਡੇ ਤੋਂ ਪੁੱਛਾਂ? ਦੇਸੀ ਘਿਓ ਦਾ ਕੋਈ ਲੈਣਾ ਦੇਣਾ ਨਹੀਂ ਗੋਡਿਆਂ ਦੇ ਦਰਦ ਦਾ ਡਾਇਰੈਕਟਲੀ। ਉਦੋਂ ਦੇਸੀ ਘਿਓ ਇਸ ਕਰਕੇ ਖਾਂਦੇ ਸੀ ਕਿਉਂਕਿ ਉਹਨਾਂ ਨੇ ਹੱਥੀਂ ਕੰਮ ਬਹੁਤ ਕਰਨਾ ਹੁੰਦਾ ਸੀ, ਕਾਫੀ ਘੰਟੇ ਖੇਤਾਂ ਵਿੱਚ ਜਾ ਕੇ ਹਾਰਡ ਵਰਕ ਬਹੁਤ ਜ਼ਿਆਦਾ ਹੁੰਦਾ ਸੀ, ਤੇ ਉਹ ਛੋਟੀ ਜਿਹੀ ਚੀਜ਼ ਖਾ ਕੇ ਕੈਲੋਰੀਜ਼ ਬਹੁਤ ਮਿਲ ਜਾਂਦੀਆਂ ਸੀ ਜੋ ਕਿ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਸੀਗੀਆਂ। ਅੱਜ ਕੱਲ੍ਹ ਜੇ ਕਿਸੇ ਦੇਸੀ ਘਿਓ ਵੱਧ ਖਾਣਾ ਸ਼ੁਰੂ ਕਰ ਦਈਏ ਤਾਂ ਸਾਡਾ ਭਾਰ ਵਧੇਗਾ ਔਰ ਇਹ ਗੋਡੇ ਖਰਾਬ ਹੋਣਗੇ, ਕਿਉਂਕਿ ਇੱਕ ਗੋਡੇ ਨੇ ਜੇ 60 ਕਿਲੋ ਚੁੱਕਣਾ ਹੈ ਤੇ ਦੂਸਰੇ ਕਿਲੋ ਭਾਰੀ ਬੰਦੇ ਦਾ ਜੇ 90 ਕਿਲੋ ਚੁੱਕਣਾ ਤੇ 90 ਕਿਲੋ ਨੂੰ ਫਰਕ ਜ਼ਿਆਦਾ ਪਏਗਾ। ਠੀਕ ਹੈ, ਸੋ ਇਸ ਕਰਕੇ ਅਸੀਂ ਕਹਿੰਦੇ ਕਿ ਦੇਸੀ ਘਿਓ ਇਹ ਸਮਝ ਕੇ ਕਦੀ ਵੀ ਨਹੀਂ ਖਾਣਾ ਕਿ ਮੇਰੀ ਗਰੀਸ ਵਧੇਗੀ, ਉਹ ਬਹੁਤ ਵੱਡੀ ਗਲਤੀ ਹੈ। ਅੱਛਾ ਜੀ, ਆਮ ਤੌਰ ਤੇ ਜਿਵੇਂ ਮੈਂ ਗੱਲ ਕਰੀ ਆ, ਕਿੰਨੇ ਕੁ ਪੇਸ਼ੈਂਟਸ ਨੇ ਹੁਣ ਤੁਹਾਡੇ ਕੋਲੇ ਜਿਹੜੇ ਇਸ ਪ੍ਰੋਬਲਮ ਦੇ ਨਾਲ ਹੀ ਘਿਰੇ ਹੋਏ ਨੇ, ਤੇ ਕਿੰਨੇ ਯੰਗ ਜਿਵੇਂ ਯੰਗਸਟ ਦੀ ਗੱਲ ਕਰਾਂ, ਮੇਰੇ ਬਾਰੇ ਯੂਥ ਦੀ ਗੱਲ ਕਰਾਂ, ਯੂਥ ਦੇ ਵਿੱਚ ਇਹ ਪ੍ਰੋਬਲਮ ਕਿੰਨੀ ਕਰ ਰਹੀ? ਕਾਫੀ ਜ਼ਿਆਦਾ। ਅੱਜ ਕੱਲ੍ਹ ਜਿਹੜੀ ਐਵਰੇਜ ਏਜ ਸੀਗੀ ਜਿਹਦੇ ਕਰਕੇ ਕਿ ਇਹ ਆਸਟੀਓਆਰਥਰਾਈਟਿਸ ਸੈਟ ਇਨ ਹੁੰਦੀ ਹੈ, ਜੋ ਏਜ ਕਰਕੇ ਸਾਨੂੰ ਤਕਲੀਫਾਂ ਦਿੰਦੀਆਂ ਹਨ, ਉਹ ਹੌਲੀ ਹੌਲੀ 5-10 ਸਾਲ ਪਹਿਲਾਂ ਆਉਂਦਾ ਜਾ ਰਿਹਾ ਹੈ ਕਿਉਂਕਿ ਸਾਡਾ ਲਾਈਫ ਸਟਾਈਲ ਕਮਰੇ ਦੇ ਵਿੱਚ ਰਹਿ ਗਿਆ ਹੈ, ਅਸੀਂ ਇਹਨੂੰ ਰੈਗੂਲਰ ਐਕਸਰਸਾਈਜ਼ ਨਹੀਂ ਕਰ ਰਹੇ। ਔਰ ਇਹਦਾ ਕਾਫੀ ਜ਼ਿੰਮਾ ਸਾਡਾ ਵਜ਼ਨ, ਫਾਸਟ ਫੂਡ ਔਰ ਲੈਕ ਆਫ ਐਕਸਰਸਾਈਜ਼ ਹੈ ਜੀ। ਔਰ ਅਗਰ ਅਸੀਂ ਕਹੀਏ ਕਿ ਵੀ ਸਭ ਤੋਂ ਘੱਟ ਕਿਸ ਤਰ੍ਹਾਂ ਹੋਣਾ, ਉਹ ਜਿਹੜੇ ਜਵਾਨ ਬੰਦਿਆਂ ਦੇ ਵਿੱਚ, ਜਵਾਨ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਅਗਰ ਗੋਡਿਆਂ ਦੇ ਵਿੱਚ ਬਦਲਾਵ ਆਣੇ, ਉਹ ਉਮਰ ਕਰਕੇ ਘਸਾਵਟ ਦੇ ਨਹੀਂ ਹੁੰਦੇ, ਉਹ ਸੱਟ ਲੱਗਣ ਕਰਕੇ, ਉਬੜ ਖਾਬੜ ਜੋੜਨ ਕਰਕੇ ਹੁੰਦੇ ਹਨ। ਔਰ ਉਹ ਅੱਗੇ ਜਾ ਕੇ ਜੇ ਇੱਕ ਮੁਲਾਇਮ ਚੀਜ਼ ਨਹੀਂ ਰਹੀ ਹੈ, ਉੱਪਰ ਥੱਲੇ ਹੋ ਕੇ ਜੁੜੀ ਹੈ, ਤੇ ਉਹ ਵੀ ਆਸਟੀਓਆਰਥਰਾਈਟਿਸ, ਸੈਕੰਡਰੀ ਆਸਟੀਓਆਰਥਰਾਈਟਿਸ ਉਹਨੂੰ ਕਹਿੰਦੇ ਆ, ਉਹ ਪੈਦਾ ਕਰਦੇ ਹਨ। ਔਰ ਉਹ ਦਰਦ ਔਰ ਇਹ ਸਾਰੀਆਂ ਪ੍ਰੋਬਲਮ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਸਟਾਰਟ ਕਰ ਦਿੰਦੇ ਨੇ। ਅੱਛਾ ਡਾਕਟਰ ਸਾਹਿਬ, ਇੱਕ ਨਾ ਲੋਕਾਂ ਦੇ ਮਨ ਦੇ ਵਿੱਚ ਡਰ ਬਹੁਤ ਵੱਡਾ ਹੈ। ਡਰ ਇਹ ਹੈ ਜਦ ਕਿਸੇ ਡਾਕਟਰ ਕੋਲੇ ਜਾਂਦੇ ਨੇ, ਡਾਕਟਰ ਨੂੰ ਦਿਖਾਉਂਦੇ ਨੇ ਕਿ ਮੇਰੇ ਗੋਡੇ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੈ, ਚਲੋ ਡਾਕਟਰ ਚੈੱਕ ਕਰਦਾ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਜਾਂ ਕੰਡੀਸ਼ਨ ਕਈ ਵਾਰ ਪੇਸ਼ੈਂਟ ਦੀ ਐਸੀ ਬਣ ਜਾਂਦੀ ਹੈ ਵੀ ਯਾਰ ਨਹੀਂ, ਹੁਣ ਤੁਸੀਂ ਮੈਡੀਸਨ ਨਹੀਂ ਕਰ ਸਕਦੇ ਜਾਂ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਜ਼ਿਆਦਾ, ਤੁਹਾਨੂੰ ਜਲਦ ਤੋਂ ਜਲਦ ਗੋਡੇ ਚੇਂਜ ਕਰਾਉਣੇ ਹੀ ਪੈਣਗੇ। ਇਹ ਜਿਹੜਾ ਬੰਦਾ ਜਦ ਇੰਨਾ ਕੁ ਸੁਣ ਲੈਂਦਾ ਨਾ ਪੇਸ਼ੈਂਟ, ਬੰਦੇ ਨੂੰ ਸ਼ੀਸ਼ੋ ਪੰਜੀ ਪੈ ਜਾਂਦੀ ਹੈ, ਯਾਰ ਇਹ ਹੋ ਕੀ ਗਿਆ ਵੀ ਮੇਰਾ ਤਾਂ ਹੁਣ ਆਪਰੇਟ ਹੋਊਗਾ, ਮੇਰੇ ਗੋਡੇ ਬਦਲੇ ਜਾਣਗੇ। ਪਹਿਲੀ ਗੱਲ ਤਾਂ ਦਰਸ਼ਕਾਂ ਨੂੰ ਤੇ ਪੇਸ਼ੈਂਟਸ ਨੂੰ ਇਹ ਚੀਜ਼ ਪੂਰੀ ਕਲੀਅਰ ਕਰੋ ਕਿ ਜੇ ਮੰਨ ਲਓ ਐਸਾ ਅੰਜਾਮ ਆਉਂਦਾ ਹੀ ਹੈ, ਐਸਾ ਕੋਈ ਫੇਸ ਬਣ ਗਿਆ ਵੀ ਚੇਂਜ ਹੋਣਗੇ ਹੀ ਹੋਣਗੇ, ਇਹ ਪ੍ਰੋਪਰਲੀ ਠੀਕ ਹੁੰਦਾ ਜਾਂ ਚੇਂਜ ਕਰਾਉਣਾ, ਕਿ ਬਿਨਾਂ ਠੀਕ ਕਰੇ ਵੀ ਸਾਰਿਆ ਜਾ ਸਕਦਾ ਜਾਂ ਬਿਨਾਂ ਆਪਰੇਟ ਕੀਤੇ ਸਾਰਿਆ ਜਾ ਸਕਦਾ, ਕਿਉਂਕਿ ਲੋਕ ਆਪਰੇਸ਼ਨ ਤੋਂ ਡਰਦੇ ਬਹੁਤ ਨੇ ਜੀ। ਦੇਖੋ ਇਸ ਤਰ੍ਹਾਂ ਹੈ ਕਿ ਗੋਡੇ ਬਦਲਾਵ ਕਰਨ ਦੀ ਨੌਬਤ ਬਹੁਤ ਲੇਟ ਸਟੇਜ ਤੇ ਆਉਂਦੀ ਹੈ। ਸਾਡੀ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਉਹਨੂੰ ਜਿੰਨਾ ਅੱਗੇ ਟਾਲ ਸਕੀਏ ਔਰ ਜਿੰਨਾ ਬੰਦਾ ਆਪਣੇ ਨੈਚੁਰਲ ਗੋਡਿਆਂ ਨਾਲ ਠੀਕ ਠਾਕ ਕੰਮ ਕਰ ਸਕੇ ਬਿਨਾਂ ਨੁਕਸਾਨ ਹੋਏ, ਉਹਨਾਂ ਜ਼ਰੂਰ ਕਰੇ। ਔਰ ਕਾਫੀ ਸਾਰੀਆਂ ਚੀਜ਼ਾਂ ਇਸ ਚੀਜ਼ ਦੇ ਉੱਤੇ ਫੋਕਸ ਹੁੰਦੀਆਂ ਹਨ ਕਿ ਆਪਰੇਸ਼ਨ ਛੇਤੀ ਲੋੜ ਨਾ ਪਵੇ। ਮੈਂ ਤੁਹਾਨੂੰ ਉਦਾਹਰਨ ਦੇ ਕੇ ਦੱਸਦਾ, ਅਗਰ ਅਸੀਂ ਯੰਗ ਏਜ ਦੇ ਵਿੱਚ ਇੱਕ ਇਹ ਰੱਖੀਏ ਕਿ ਮੈਂ ਆਪਣਾ ਵਜ਼ਨ ਨਹੀਂ ਵਧਣ ਦੇਣਾ, ਉਹ ਕੰਮ ਝਟਕੇ ਨਾਲ ਨਹੀਂ ਕਰਨੇ ਜਿਹਦੇ ਨਾਲ ਵੀ ਗੋਡੇ ਜ਼ਿਆਦਾ ਮੁੜਦੇ ਹੈ, ਔਰ ਇੱਕ ਰੈਗੂਲਰ ਐਕਸਰਸਾਈਜ਼ ਕਰਨੀ ਹੈ, ਤਾਂ ਅਸੀਂ ਕਾਫੀ ਦੇਰ ਤੱਕ ਸਾਨੂੰ ਇਹਦੀ ਨੌਬਤ ਨਹੀਂ ਆਏਗੀ ਜੋੜ ਬਦਲਣ ਦੀ। ਔਰ ਜਦੋਂ ਨੌਬਤ ਅਸੀਂ ਉਦੋਂ ਮੰਨ ਕੇ ਚੱਲਦੇ ਹਾਂ ਕਿ ਜਦੋਂ ਅਸੀਂ ਇਹ ਰੱਖਦੇ ਹਾਂ ਕਿ ਸਾਡੇ ਕੋਲ ਫਿਜ਼ੀਓਥੈਰੇਪੀ, ਐਕਸਰਸਾਈਜ਼ਜ਼ ਵੀ ਕੰਮ ਕਰਨੀਆਂ ਬੰਦ ਹੋ ਗਈਆਂ, ਅਸੀਂ ਉਹਦੇ ਵਿੱਚ ਗੋਡੇ ਦੇ ਵਿੱਚ ਗਰੀਸ ਦੇ ਸਪੈਸ਼ਲ ਇੰਜੈਕਸ਼ਨ ਆਉਂਦੇ ਜਿਹਨੂੰ ਵਿਸਕੋਸਿਟੀ, ਉਹਨਾਂ ਕੁ ਗਾੜਾਪਨ ਹੁੰਦਾ ਜਿਹੜਾ ਕਿ ਐਕਚੁਅਲ ਜੋ ਪਰਮਾਤਮਾ ਨੇ ਬਣਾਇਆ ਉਹਨਾਂ ਕੀ ਗਾੜਾਪਨ ਦਾ ਫਲੂਇਡ ਹੁੰਦਾ ਹੈਗਾ ਜਾਂ ਲਚਕੀਲਾਪਨ ਹੁੰਦਾ ਹੈ, ਉਹ ਵੀ ਇੰਜੈਕਸ਼ਨ ਅਸੀਂ ਲਗਾ ਲਏ ਔਰ ਸਾਨੂੰ ਲਗਾਤਾਰ ਦਵਾਈ ਲੈਣ ਦੀ ਨੌਬਤ ਆ ਗਈ, ਤਾਂ ਫਿਰ ਜਾ ਕੇ ਇਹ ਗੋਡੇ ਬਦਲਣ ਦੀ ਨੌਬਤ ਆਉਂਦੀ ਹੈ। ਜਾਂ ਇਹ ਕੁਝ ਹੋਰ ਕਾਰਨ ਹੁੰਦੇ ਹਨ ਕਿ ਜੇ ਸਾਡੇ ਲਿਗਾਮੈਂਟ ਢਿੱਲੇ ਹੋਣੇ ਸ਼ੁਰੂ ਹੋ ਜਾਣ, ਸਾਡੇ ਗੋਡੇ ਟੇਢੇ ਹੋਣੇ ਸ਼ੁਰੂ ਹੋ ਜਾਣ, ਤਾਂ ਵੀ ਅਸੀਂ ਕਹਿੰਦੇ ਹਾਂ ਕਿ ਵੀ ਦਰਦ ਚਾਹੇ ਸਹਿਣ ਸ਼ਕਤੀ ਵਾਲੀ ਹੈਗੀ ਹੈ, ਬਟ ਅਗਰ ਲਿਗਾਮੈਂਟ ਖਰਾਬ ਹੋਣੇ ਸ਼ੁਰੂ ਹੋ ਰਹੇ ਹਨ ਤਾਂ ਸਾਨੂੰ ਗੋਡੇ ਚੇਂਜ ਕਰਾ ਲੈਣੇ ਚਾਹੀਦੇ ਹਨ। ਔਰ ਗੋਡੇ ਚੇਂਜ ਕਰਾਉਣਾ ਕੋਈ ਬਿਲਕੁਲ ਵੀ ਮਾੜੀ ਗੱਲ ਨਹੀਂ ਹੈ। ਜਦੋਂ ਲੋੜ ਹੈ ਔਰ ਸਾਡੀ ਏਜ ਵੀ ਹੈ ਔਰ ਅਸੀਂ
ਇਹ ਵੀ ਦੇਖ ਰਹੇ ਹਾਂ ਕਿ ਜੇ ਅਸੀਂ ਗੋਡੇ ਨਹੀਂ ਚੇਂਜ ਕਰਦੇ ਔਰ ਦਰਦ ਇੰਨੀ ਹੈ ਕਿ ਸਾਨੂੰ ਲਗਾਤਾਰ ਦਵਾਈ ਲੈਣੀ ਪੈਂਦੀ ਹੈ ਤਾਂ ਉਹਦਾ ਵੀ ਆਪਣਾ ਨੁਕਸਾਨ ਹੁੰਦਾ ਹੈ, ਉਹਦੇ ਵੀ ਗੁਰਦੇ ਡੈਮੇਜ ਹੋਣ ਦਾ ਚਾਂਸ ਹੁੰਦਾ ਹੈ। ਸੋ ਅਸੀਂ ਇਹਨਾਂ ਚੀਜ਼ਾਂ ਤੋਂ ਬਚਣ ਲਈ ਉਸ ਵੇਲੇ ਕਹਿੰਦੇ ਹਾਂ ਕਿ ਜੇ ਤੁਹਾਨੂੰ ਦਵਾਈ ਲਗਾਤਾਰ ਲੈਣੀ ਪੈ ਰਹੀ ਹੈ ਤਾਂ ਅਸੀਂ ਉਹਨੂੰ ਛੱਡ ਕੇ ਇਹਨੂੰ ਚੇਂਜ ਕਰਾਈਏ। ਔਰ ਇਹ ਤੁਹਾਨੂੰ ਸੁਣ ਕੇ ਬੜਾ ਅੱਛਾ ਲੱਗੇਗਾ ਕਿ ਇਹ ਪੂਰੇ ਦੁਨੀਆ 'ਚ ਦੇਖਿਆ ਗਿਆ ਹੈ ਕਿ ਅਗਰ ਅਸੀਂ ਕੋਈ ਵੀ ਆਪਰੇਸ਼ਨ ਮੰਨੀਏ ਕਿ ਕਿਹੜਾ ਨੰਬਰ 1 ਆਪਰੇਸ਼ਨ ਹੈ ਤੇ ਲੋਕਾਂ ਨੇ, ਸਾਰਿਆਂ ਲੋਕਾਂ ਨੇ ਦੁਨੀਆ ਭਰ ਦੇ ਜਿਹੜਾ ਇਹ ਜੋੜ ਬਦਲਣ ਦਾ ਆਪਰੇਸ਼ਨ ਹੈ ਇਹਨੂੰ ਬਾਈਪਾਸ ਦੇ ਉੱਤੇ ਜਾਂ ਟ੍ਰਾਂਸਪਲਾਂਟ ਤੋਂ ਉੱਤੇ ਮੰਨਿਆ ਗਿਆ ਹੈ, ਜਿਹਨੇ ਕਿ ਕੁਆਲਿਟੀ ਆਫ ਲਾਈਫ ਆਦਮੀ ਦੀ ਬਦਲ ਦਿੱਤੀ ਹੈ। ਸੋ ਇੰਨਾ ਵਧੀਆ ਆਪਰੇਸ਼ਨ ਹੈ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਤਕਰੀਬਨ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਦਾ ਇਹ ਆਪਰੇਸ਼ਨ ਹੋਇਆ ਹੁੰਦਾ ਹੈ। ਸੋ ਇਹ ਇੰਨਾ ਵਧੀਆ ਔਰ ਇੰਨਾ ਕਾਮਨ ਆਪਰੇਸ਼ਨ ਹੈ ਕਿ ਸਾਨੂੰ ਡਰਨ ਦੀ ਤੇ ਬਿਲਕੁਲ ਵੀ ਲੋੜ ਨਹੀਂ ਹੈ। ਔਰ ਹੈਗਾ ਕੀ ਹੈ, 3 ਜਾਂ 4 ਦਿਨ 5 ਦਿਨ ਹਸਪੀਟਲ ਰਹਿਣਾ ਔਰ ਬੰਦਾ ਉਸ ਬਾਅਦ ਤੁਰ ਕੇ ਆਪਣੇ ਆਪ ਜਾਂਦਾ, ਕੋਈ ਗੱਲ ਹੈ ਹੀ ਨਹੀਂ ਇਸ ਚੀਜ਼ ਦੇ ਵਿੱਚ। ਔਰ ਟੈਕਨੀਕ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਗੁਰਪ੍ਰੀਤ ਕਿ ਇੰਨਾ ਕੁ ਸਾਇੰਸ ਨੇ ਐਡਵਾਂਸਮੈਂਟ ਕੀਤੀ ਹੈ ਕਿ ਅੱਜ ਕੱਲ੍ਹ ਟੈਕਨੀਕਸ, ਕਿਉਂਕਿ ਇਹ ਆਪਰੇਸ਼ਨ ਪਿਛਲੇ 25-30 ਸਾਲ ਤੋਂ ਸਾਡੇ ਸਰਕੂਲੇਸ਼ਨ 'ਚ ਹੈਗਾ, ਅਸੀਂ ਘੱਟ ਖੂਨ ਵਗੇ ਹੋਏ ਉਸ ਤਰ੍ਹਾਂ ਦੇ ਚੀਰੇ ਲਗਾਉਂਦੇ ਹਾਂ, ਅਸੀਂ ਇਹਦੇ ਵਿੱਚ ਕੁਝ ਇੰਜੈਕਸ਼ਨ ਲਗਾਉਂਦੇ ਹਾਂ ਕਿ ਬਲੱਡ ਦੀ ਲੋੜ ਨਾ ਹੀ ਪਵੇ। ਔਰ ਇਹਦੇ ਵਿੱਚ ਇਹ ਵੀ ਅਸੀਂ ਕਰਦੇ ਹਾਂ ਕਿ ਜਦੋਂ ਪੇਨਲੈਸ ਡਿਲੀਵਰੀ ਜਿਸ ਤਰ੍ਹਾਂ ਹੁੰਦੀ ਹੈ ਉਹਦਾ ਇੱਕ ਪੰਪ ਲਗਾ ਦਿੰਦੇ ਹਾਂ ਪਿੱਛੇ, ਤਾਂ ਕਿ ਅਸੀਂ ਦਰਦ ਨੂੰ ਕੰਟਰੋਲ ਪੂਰੀ ਤਰ੍ਹਾਂ ਕਰ ਸਕੀਏ ਜਦੋਂ 2 ਦਿਨ ਆਪਰੇਸ਼ਨ ਤੱਕ। ਉਸ ਤੋਂ ਬਾਅਦ ਤੇ ਬੰਦਾ ਦਵਾਈ ਨਾਲ ਹੀ ਠੀਕ ਹੋ ਜਾਂਦਾ ਹੈ ਔਰ ਬੰਦਾ ਅਗਲੇ ਦਿਨ ਇਸ ਆਪਰੇਸ਼ਨ ਦੇ ਜੇ ਸਵੇਰੇ ਕੀਤਾ ਤੇ ਕਦੀ ਕਦੀ ਸ਼ਾਮ ਨੂੰ ਵੀ, ਜਾਂ ਅਗਲੇ ਦਿਨ ਅਸੀਂ ਬੰਦੇ ਨੂੰ ਖੜਾ ਕਰਕੇ ਆਪਣੇ ਪੈਰਾਂ ਤੇ ਬਾਥਰੂਮ ਲੈਟਰਿਨ ਤੱਕ ਵੀ ਚਲੇ ਜਾਂਦਾ ਹੈ। ਸੋ ਜਦੋਂ ਅਸੀਂ ਪੇਸ਼ੈਂਟ ਨੂੰ ਛੁੱਟੀ ਕਰਦੇ ਹਾਂ ਤੇ ਪੇਸ਼ੈਂਟ ਦੀ ਦਰਦ ਤਕਰੀਬਨ ਖਤਮ ਹੋ ਚੁੱਕੀ ਹੁੰਦੀ ਹੈ, ਉਹ ਆਪਣੀ ਐਕਸਰਸਾਈਜ਼ਾਂ ਕਰ ਰਿਹਾ ਹੁੰਦਾ ਹੈ, ਗੋਡੇ ਆਪਣੇ 90 ਡਿਗਰੀ ਮੋੜ ਰਿਹਾ ਹੁੰਦਾ ਹੈ, ਟਾਇਲਟ ਆਪੇ ਜਾ ਰਿਹਾ ਹੁੰਦਾ ਹੈ, ਕੋਈ ਮੁਥਾਜੀ ਨਹੀਂ ਹੈ। ਤੇ ਮੇਰਾ ਖਿਆਲ ਇਸ ਤੋਂ ਵਧੀਆ ਅਸੀਂ ਤੇ ਕੁਝ ਹੋ ਹੀ ਨਹੀਂ ਸਕਦਾ ਤੇ ਕਿਸੇ ਵੀ ਆਪਰੇਸ਼ਨ ਦੇ ਵਿੱਚ ਇੰਨਾ ਤੇ ਲੱਗਦਾ ਹੀ ਹੈ। ਸੋ ਕਿੰਨਾ ਵੱਡਾ ਫਾਇਦਾ, ਕਿੰਨਾ ਵੱਡਾ ਡਰ ਨਿਕਲ ਜਾਂਦਾ ਹੈ ਟਾਈਮ ਦੇ ਵਿੱਚ, ਉਹ ਵੀ ਕਾਫੀ ਘੱਟ ਟਾਈਮ ਦੇ ਵਿੱਚ। ਅੱਛਾ, ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰਾਂ ਕਿ ਜਿਵੇਂ ਹੁਣ ਲੋਕ ਚਲੋ ਆਪਰੇਟ ਕਰਾ ਰਹੇ ਨੇ, ਚਲੋ ਆਪਾਂ ਇਹ ਕਹੀਏ ਜੇ ਕੋਈ ਆਪਰੇਟ ਕਰਾਉਣ ਦੀ ਨੌਬਤ ਹੀ ਨਾ ਆਵੇ, ਕੁਝ ਐਸੇ ਦੇਸੀ ਨੁਸਖੇ ਜਾਂ ਐਸੀ ਕੁਝ ਐਕਸਰਸਾਈਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਘਰ ਬੈਠੇ ਉਹ ਟਰਾਈ ਕਰ ਲੈਣ ਏਜ ਦੇ ਅਕੋਰਡਿੰਗ। ਜੇ ਮੰਨ ਲਓ ਏਜਡ ਜਿਹੜੇ ਨੇ ਮੇਰੇ ਬਜ਼ੁਰਗ ਜਿਹੜੇ ਦੇਖ ਰਹੇ ਹੋਣਗੇ ਮਾਪੇ, ਉਹ ਕਿਹੜੀ ਐਕਸਰਸਾਈਜ਼ ਜਾਂ ਕੀ ਕੁਝ ਲਗਾ ਸਕਦੇ ਨੇ, ਕੁਝ ਤੇਲ ਲਾ ਲੈਂਦੇ, ਤੇਲਾਂ ਦਾ ਤੇਲ, ਕੁਝ ਐਸੇ ਤਰੀਕੇ ਦੀ ਚੀਜ਼ਾਂ ਹੁੰਦਾ, ਦੇਸੀ ਨੁਸਖੇ ਜ਼ਰੂਰ ਦੱਸੋ ਤੇ ਕੁਝ ਐਕਸਰਸਾਈਜ਼ ਜ਼ਰੂਰ ਦੱਸੋ। ਓਕੇ, ਦੇਖੋ ਦੇਸੀ ਨੁਸਖੇ ਦੇ ਵਿੱਚ ਸਿਰਫ ਇਹੀ ਹੈ ਕਿ ਆਪਣਾ ਵਜ਼ਨ ਨਾ ਵਧੇ, ਜਿਸ ਤਰ੍ਹਾਂ ਵੀ ਅਸੀਂ ਮਰਜ਼ੀ ਉਹਨੂੰ ਰੱਖੀਏ। ਔਰ ਇਹ ਦੇਖੀਏ ਕਿ ਜਿਹੜੀ ਸਾਡੇ ਗੋਡਿਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਸਿਰਫ ਉਮਰ ਕਰਕੇ ਹੀ ਆ ਰਹੀ ਹੈ ਕਿ ਇਹ ਤੇ ਨਹੀਂ ਕਿ ਨਾਲ ਕਿਸੇ ਦਾ ਯੂਰਿਕ ਐਸਿਡ ਵਧਿਆ ਹੈ ਜਾਂ ਹੋਰ ਕੋਈ ਕ੍ਰਿਸਟਲਸ ਵਧੇ ਹੋਏ ਹੈ। ਉਹ ਇੱਕ ਵਾਰੀ ਡਾਕਟਰ ਕੋਲ ਜ਼ਰੂਰ ਚੈੱਕ ਹੋ ਜਾਣਾ ਬੈਟਰ ਹੋ ਜਾਂਦਾ ਹੈ, ਤਾਂ ਕਿ ਅਸੀਂ ਇੱਕ ਪਾਸੇ ਦੇਖਦੇ ਰਹੀਏ ਲੇਕਿਨ ਜੜ ਤੱਕ ਪਹੁੰਚ ਹੀ ਨਾ ਪਾਉਂਦੇ ਹੋਈਏ। ਸੋ ਅਗਰ ਫੈਸਲਾ ਹੋ ਗਿਆ ਕਿ ਇਹ ਉਮਰ ਕਰਕੇ ਹੀ ਤਕਲੀਫ ਹੈ ਔਰ ਕੋਈ ਹੋਰ ਚੀਜ਼ਾਂ ਨਹੀਂ ਹੈ, ਤਾਂ ਫਿਰ ਸਾਨੂੰ ਗੋਡਿਆਂ ਦੀਆਂ ਐਕਸਰਸਾਈਜ਼ਸ ਹੁੰਦੀਆਂ ਜਿਹਨੂੰ ਅਸੀਂ ਕੁਆਡਰੀਸੈਪਸ ਔਰ ਹੈਮਸਟਰਿੰਗ ਐਕਸਰਸਾਈਜ਼ ਕਹਿੰਦੇ ਹਾਂ। ਉਹਦਾ ਪਰਪਸ ਇਹ ਹੁੰਦਾ ਹੈਗਾ ਕਿ ਅਸੀਂ ਗੋਡੇ ਦੇ ਆਸ-ਪਾਸ ਜਿਹੜੇ ਪੱਟ ਦੇ ਮਸਲਸ ਹੈਗੇ ਆ ਉਹਨਾਂ ਨੂੰ ਅਸੀਂ ਮਜ਼ਬੂਤ ਰੱਖੀਏ, ਤਾਂ ਕਿ ਜਦੋਂ ਅਸੀਂ ਚੱਲਦੇ ਹਾਂ ਸਾਡੇ ਜੋੜ ਦੇ ਉੱਤੇ ਜ਼ੋਰ ਨਾ ਪਵੇ, ਪਹਿਲੀ ਗੱਲ। ਦੂਸਰਾ, ਇਹਦੇ ਨਾਲ ਸਾਡੀ ਸਰਕੂਲੇਸ਼ਨ ਵੱਧਦੀ ਹੈ ਗੋਡਿਆਂ ਦੀ, ਉਹਦੇ ਨਾਲ ਕਾਰਟਿਲੇਜ ਜਿਹੜੀ ਪਰਤ ਬਾਰੇ ਮੈਂ ਗੱਲ ਕੀਤੀ ਸੀਗੀ ਉਹ ਮਜ਼ਬੂਤ ਰਹਿੰਦੀ ਹੈ, ਜਲਦੀ ਘਸਦੀ ਨਹੀਂ ਹੈ। ਸੋ ਕੁਆਡਰੀਸੈਪਸ ਐਕਸਰਸਾਈਜ਼ ਔਰ ਹੈਮਸਟਰਿੰਗ ਐਕਸਰਸਾਈਜ਼ ਹੀ ਐਕਸਰਸਾਈਜ਼ਾਂ ਹੈਗੀਆਂ ਜਿਹੜੀਆਂ ਕਿ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ। ਅਗਰ ਅਸੀਂ ਆਪਣੇ ਪਿੰਡਾਂ ਦੇ ਵਿੱਚ ਦੇਖੀਏ ਤੇ ਸਾਈਕਲਿੰਗ ਬੜੀ ਅੱਛੀ ਐਕਸਰਸਾਈਜ਼ ਹੈ, ਸਾਈਕਲਿੰਗ ਬਹੁਤ ਅੱਛੀ ਚੀਜ਼ ਹੈ, ਪਹਿਲੀ ਗੱਲ। ਔਰ ਦੂਸਰੀ ਗੱਲ, ਕਈ ਲੋਕੀ ਸੋਚਦੇ ਆ ਕਿ ਮੈਂ ਪੌੜੀਆਂ ਤੇਜ਼ ਉੱਪਰ ਥੱਲੇ ਚੜ੍ਹ ਜਾਵਾਂਗਾ, ਨਹੀਂ, ਉਹ ਨਹੀਂ ਕਰਨਾ ਹੈ, ਉਹ ਨੁਕਸਾਨਦਾਇਕ ਹੋ ਸਕਦਾ ਹੈ। ਪੌੜੀਆਂ ਨਹੀਂ ਚੜ੍ਹਨਾ, ਬਟ ਸਾਈਕਲਿੰਗ ਜਿੱਥੇ ਕਿ ਵਜ਼ਨ ਨਹੀਂ ਪੈਂਦਾ ਲੇਕਿਨ ਬੰਦਾ ਉਹਨੂੰ ਚਲਾਉਂਦਾ ਹੈ ਬਹੁਤ ਹੈਵੀ, ਉਹ ਬੈਟਰ ਹੈ। ਠੀਕ ਹੈ, ਅਗਰ ਬੰਦੇ ਨੇ ਜੋਗਿੰਗ ਕਰਨੀ ਹੈ ਜਾਂ ਉਹ ਅਸੀਂ ਕਹਿੰਦੇ ਕਿ ਇੰਪੈਕਟ ਵਾਲੀਆਂ ਜਿਹੜੀਆਂ ਝਟਕਾ ਲੱਗ ਕੇ ਕਰੇ ਉਹ ਥੋੜੀ ਘੱਟ ਕਰੇ, ਸੈਰ ਕਰੇ, ਸਖਤ ਸਰਫੇਸ ਤੇ ਨਾ ਕਰੇ, ਖੇਤਾਂ 'ਚ ਕਰ ਲਏ ਜਾਂ ਕੁਝ ਨਰਮ ਚੀਜ਼ ਤੇ ਕਰ ਲਏ, ਉਹ ਜ਼ਿਆਦਾ ਬੈਟਰ ਹੈ। ਮਿੱਟੀ ਦੇ ਉੱਤੇ ਨਿਕਾਲ ਲਏ, ਉਹ ਜ਼ਿਆਦਾ ਵਧੀਆ ਹੈ ਉਹਨਾਂ ਦੇ ਗੋਡਿਆਂ ਵਾਸਤੇ। ਸੋ ਇਹ ਛੋਟੀ ਛੋਟੀ ਚੀਜ਼ਾਂ ਹਨ ਜਿਹੜਾ ਕਿ ਅਸੀਂ ਘਰ ਆਪੇ ਵੀ ਕਰ ਸਕਦੇ ਹਾਂ। ਸੇਕ ਦੇਣਾ ਵੀ ਗੋਡਿਆਂ ਦੇ ਵਿੱਚ ਹੈਲਪ ਕਰਦਾ ਹੈ, ਮਦਦ ਕਰਦਾ ਹੈ, ਕਿਉਂਕਿ ਉਹਦੇ ਨਾਲ ਵੀ ਸਾਡੀ ਸਰਕੂਲੇਸ਼ਨ ਵੱਧਦੀ ਹੈ ਜਦੋਂ ਟੈਂਪਰੇਚਰ ਲੋਕਲ ਵੱਧਦਾ ਹੈ। ਤੇ ਉਹ ਲੋਕਾਂ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਸੇਕ ਦੇਣ ਦਾ। ਕਈ ਰੋਟੀ ਬਣਦੇ ਹਨ, ਕਈ ਰੇਤੇ ਨਾਲ ਦਿੰਦੇ ਹਨ, ਕੋਈ ਰਬੜ ਦੀ ਬੋਤਲ ਦੇ ਨਾਲ ਦਿੰਦੇ ਹਨ, ਕੋਈ ਹੀਟਿੰਗ ਪੈਡ ਨਾਲ ਦਿੰਦੇ ਹਨ, ਕੋਈ ਲੈਂਪ, ਇਨਫਰਾਰੈਡ ਲੈਂਪ ਨਾਲ ਦਿੰਦੇ ਹਨ, ਔਰ ਕਈ ਫਿਜ਼ੀਓਥੈਰੇਪੀ ਸੈਂਟਰ ਜਾ ਕੇ ਸ਼ਾਰਟਵੇਵ ਡਾਇਥਰਮੀ ਨਾਲ ਵੀ ਕਰਦੇ ਆ ਜਾਂ ਵੈਕਸ ਬਾਥ ਕਰਦੇ ਆ। ਸੋ ਇਹ ਬੇਸਿਕਲੀ ਸਾਨੂੰ ਉੱਥੇ
ਕਿਸੇ ਨਾ ਕਿਸੇ ਤਰੀਕੇ ਅਗਰ ਹੀਟ ਮਿਲੇਗੀ ਤੇ ਸਰਕੂਲੇਸ਼ਨ ਅੱਛੀ ਹੋਏਗੀ ਔਰ ਜਿਹੜੇ ਟੌਕਸਿਨਸ ਵੀ ਜਮ੍ਹਾਂ ਹੁੰਦੇ ਉਹ ਵੀ ਵਾਸ਼ ਆਊਟ ਹੋਣਗੇ। ਇੱਕ ਚੀਜ਼ ਹੋਰ ਕਿ ਇਹ ਚੀਜ਼ਾਂ ਦੇ ਨਾਲ ਨਾਲ ਅਸੀਂ ਇਹ ਵੀ ਦੇਖਿਆ ਕਿ ਜਦੋਂ ਤਕਲੀਫ ਥੋੜੀ ਵੱਧ ਰਹੀ ਹੈ ਤੇ ਕੋਈ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ। ਮਤਲਬ ਅਸੀਂ ਕਹਿੰਦੇ ਆ ਕਿ ਵੀ ਸੋਟੀ ਫੜ ਲਏ ਜਾਂ ਕੋਈ ਸਹਾਰਾ ਲੈ ਲੈ। ਇਹਦੇ ਵਿੱਚ ਨਾ ਇੱਕ ਬੜੀ ਇੰਟਰਸਟਿੰਗ ਗੱਲ ਹੈ, ਬੜੀ ਮਜ਼ੇਦਾਰ ਗੱਲ ਹੈ। ਮਜ਼ੇਦਾਰ ਗੱਲ ਹੈ ਕਿ ਜਿਹਨੂੰ ਕਿਸੇ ਨੂੰ ਵੀ ਕਹੋ ਨਾ ਕਿ ਵੀ ਤੂੰ ਸੋਟੀ ਫੜ ਲੈ ਤੇ ਬੰਦਾ ਪਹਿਲੇ ਝਿਜਕ ਜਾਂਦਾ, ਉਹ ਕਹਿੰਦੇ ਮੈਂ ਫੜਾਂ, ਇਹ ਤੇ ਬੁੱਢੀਆਂ ਤੇ ਉਸ ਤੋਂ ਬਿਨਾਂ ਨਹੀਂ ਚੱਲਦੇ ਵੀ ਮੈਂ ਕਿਉਂ ਫੜਾਂ। ਤੇ ਅਸੀਂ ਨਾ ਉਹਨਾਂ ਨੂੰ ਸਮਝਾਉਂਦੇ ਆ ਕਿ ਨਾ ਇੱਕ ਇੰਗਲਿਸ਼ 'ਚ ਮੁਹਾਵਰਾ ਹੈ, ਉਹ ਕਹਿੰਦੇ ਜੀ ਸੂਟਿਡ ਬੂਟਿਡ ਸਟਿਕ ਇਨ ਹੈਂਡ ਡੌਗ ਬਿਹਾਈਂਡ ਕਾਲ ਜੈਂਟਲਮੈਨ। ਤੇ ਬੋਲੇ ਤੇ ਟੌਰ ਵਾਲੀ ਨਿਸ਼ਾਨੀ ਹੈ ਕਿ ਜੇ ਤੁਸੀਂ ਸੋਟੀ ਫੜਿਆ ਜਿੱਧਰ ਰਾਣੀਆਂ ਤਰ੍ਹਾਂ ਚੱਲਦੇ ਹੋ ਜਾਂ ਰਾਜਾ ਤਰ੍ਹਾਂ ਚੱਲਦੇ ਹੋ ਤੇ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਔਰ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕੀ ਕੀ ਕਹਿਣਗੇ। ਅਸੀਂ ਆਪਣੀ ਸਿਹਤ ਦੇ ਹਿਸਾਬ ਨਾਲ ਇਸ ਚੀਜ਼ ਨੂੰ ਫੜਨਾ ਕੋਈ ਵੱਡੀ ਗੱਲ ਨਹੀਂ ਹੈ ਔਰ ਉਹਦੇ ਨਾਲ ਗੋਡੇ ਬਚੇ ਰਹਿੰਦੇ ਹੈ, ਭਾਰ ਥੋੜਾ ਹੱਥ ਤੇ ਆ ਜਾਂਦਾ ਹੈ ਔਰ ਘਸਾਵਟ ਨਹੀਂ ਹੁੰਦੀ। ਸੋ ਜੋੜ ਬਦਲਣਾ ਅਸੀਂ ਥੋੜਾ ਡਿਲੇ ਕਰ ਸਕਦੇ ਹਾਂ। ਅੱਛਾ, ਕੋਈ ਆਖਰ ਦੇ ਵਿੱਚ ਜਿਹੜੇ ਦਰਸ਼ਕ ਵੇਖ ਰਹੇ ਨੇ, ਪੇਸ਼ੈਂਟਸ ਹੋਣਗੇ ਜਿਹੜੇ ਪਤਾ ਨਹੀਂ ਕਿੰਨੇ ਕੁ ਟਾਈਮ ਤੋਂ ਵਿਚਾਰੇ ਇਸ ਚੀਜ਼ ਦੇ ਨਾਲ ਜੂਝ ਰਹੇ ਹੋਣਗੇ, ਉਹਨਾਂ ਨੂੰ ਕੋਈ ਸੁਝਾਅ ਤਾਂ ਕਿ ਜੁਆਇੰਟ ਦੇ ਉੱਤੇ ਵੀ ਥੋੜਾ ਜਿਹਾ ਗੌਰ ਕੀਤੀ ਜਾਵੇ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕੀਤਾ ਕਿ ਬਹੁਤ ਯੰਗ ਏਜ ਦੇ ਵਿੱਚ ਵੀ ਹੁਣੇ ਜਿਹੜੀਆਂ ਪ੍ਰੋਬਲਮਸ ਵਧਣੀਆਂ ਸ਼ੁਰੂ ਹੋ ਗਈਆਂ, ਚਾਹੇ ਉਹ ਮੁੰਡੇ ਚਾਹੇ ਉਹ ਕੁੜੀਆਂ ਚਾਹੇ ਬਜ਼ੁਰਗ, ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਹੁੰਦਾ ਸੀਗਾ, ਕੋਈ ਉਹਨਾਂ ਲਈ ਐਡਵਾਈਸ ਆਪਣੇ ਹੈਲਥ ਦੇ ਰਿਗਾਰਡਿੰਗ ਵੀ ਇਸ ਚੀਜ਼ ਦਾ ਧਿਆਨ ਜ਼ਰੂਰ ਆਪਣੀ ਲਾਈਫ ਦੇ ਵਿੱਚ ਰੱਖਣਾ ਚਾਹੀਦਾ। ਜੀ ਦੇਖੋ, ਅਸੀਂ ਇੱਕ ਨਾ ਬੜੀ ਬੇਸਿਕ ਚੀਜ਼ ਮੇਰੀ ਤੇ ਆਦਤ ਰਹੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਿੰਨਾ ਅਸੀਂ ਨੇਚਰ ਦੇ ਨਾਲ ਜੁੜੇ ਰਵਾਂਗੇ ਨਾ ਉਨਾ ਅਸੀਂ ਵਧੀਆ ਰਵਾਂਗੇ। ਕਹਿਣ ਦਾ ਮਤਲਬ ਹੈ ਕਿ ਅਸੀਂ ਕਮਰੇ ਦੀ ਲਾਈਫ ਨੂੰ ਛੱਡ ਕੇ ਅਸੀਂ ਥੋੜਾ ਬਾਹਰ ਰੈਗੂਲਰ ਐਕਸਰਸਾਈਜ਼ ਕਰੀਏ, ਭਾਰ ਨਾ ਵਧਾਈਏ, ਸਾਨੂੰ ਫਾਸਟ ਫੂਡ ਨਾ ਲਈਏ। ਸਾਡੀ ਤੇ ਜਿਹੜੀ ਪੰਜਾਬ ਦੀ ਏਰੀਆ ਹੈਗਾ ਇੱਥੇ ਤੇ ਖਾਣ ਪੀਣ ਬਹੁਤ ਹੀ ਵਧੀਆ, ਸੋ ਇੱਥੇ ਅਸੀਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੀਏ ਬਟ ਲਿਮਿਟਿਡ ਅਸੀਂ ਰੱਖੀਏ। ਪਹਿਲੀ ਸਟੇਜ ਤੇ ਇਹ ਹੈ। ਉਸ ਤੋਂ ਬਾਅਦ ਅਗਰ ਅਸੀਂ ਐਕਸਰਸਾਈਜ਼ ਕਰਦੇ ਰਹਿੰਦੇ ਹਾਂ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਅਸੀਂ ਇਕੱਲਾ ਆਪਣੇ ਆਪ ਆਪਣਾ ਇਲਾਜ ਹਰ ਵੇਲੇ ਨਾ ਕਰੀਏ, ਡਾਕਟਰ ਦੀ ਸਲਾਹ ਜ਼ਰੂਰ ਲਈਏ ਤਾਂ ਕਿ ਉਹ ਤੁਹਾਨੂੰ ਸਹੀ ਗਾਈਡ ਕਰ ਸਕੇ। ਔਰ ਤੀਸਰੀ ਗੱਲ, ਜੇ ਸਾਨੂੰ ਕਿਸੇ ਸਟੇਜ ਤੇ ਕਿਸੇ ਵੀ ਏਜ, ਜੇ ਸਾਡੇ ਕਿਸੇ ਬਜ਼ੁਰਗ ਦੇ ਘਰ ਹੁੰਦੇ ਹੈਗੇ ਹੈ ਕੋਈ, ਉਹਨਾਂ ਨੂੰ ਅਗਰ ਆਪਰੇਸ਼ਨ ਦੀ ਲੋੜ ਪੈ ਵੀ ਜਾਂਦੀ ਹੈ ਤੇ ਉਹਦੇ 'ਚੋਂ ਬਿਲਕੁਲ ਵੀ ਡਰਨ ਦੀ ਗੱਲ ਨਹੀਂ। ਇੱਕ ਬੜੀ ਰੂਟੀਨ ਸਰਜਰੀ ਹੈ ਔਰ ਕੋਈ ਬਹੁਤੀ ਮਹਿੰਗੀ ਵੀ ਨਹੀਂ ਹੈ ਔਰ ਇਹਦਾ ਰਿਜ਼ਲਟ ਇੰਨਾ ਕੁ ਵਧੀਆ ਹੈ ਕਿ ਅਗਰ ਅਸੀਂ ਸਾਡੇ ਬਜ਼ੁਰਗ ਘਰਾਂ ਅਸੀਂ ਉਹਨਾਂ ਦੇ ਕਰਵਾਉਂਦੇ ਹਾਂ ਤੇ ਅਸੀਸਾਂ ਉਹਨਾਂ ਦੀਆਂ ਹਮੇਸ਼ਾ ਤੁਹਾਡੇ ਨਾਲ ਰਹਿਣਗੀਆਂ। ਦੱਸੋ, ਮੈਂ ਚਾਹੁੰਦਾ ਫਿਰ ਤੁਹਾਡੇ ਨਾਲ ਆਖਰ ਦੇ ਵਿੱਚ, ਜਿਵੇਂ ਮੈਂ ਵਾਅਦਾ ਕੀਤਾ ਸੀ ਕਿ ਡਾਕਟਰ ਸਾਹਿਬ ਦਾ ਸੰਪਰਕ ਨੰਬਰ ਤੇ ਪ੍ਰੋਪਰ ਐਡਰੈਸ ਮੈਂ ਹਸਪੀਟਲ ਦਾ ਜ਼ਰੂਰ ਦੱਸਣਾ ਚਾਹੁੰਦਾ। ਕੋਈ ਨੇੜੇ ਤੇੜੇ ਦੇ, ਇੱਥੇ ਮੈਂ ਜਲੰਧਰ ਦੇ ਵਿੱਚ ਇਸ ਸਮੇਂ ਬੈਠਾ ਹਾਂ, ਨੇੜੇ ਤੇੜੇ ਦੇ ਕੋਈ ਦਰਸ਼ਕ ਵੇਖ ਰਹੇ ਨੇ, ਪੇਸ਼ੈਂਟ ਵੇਖ ਰਹੇ ਨੇ, ਜੇ ਉਹਨਾਂ ਦੇ ਨਾਲ ਵੀ ਐਸੀਆਂ ਪ੍ਰੋਬਲਮਸ ਆ ਰਹੀਆਂ ਨੇ, ਜੇ ਉਹ ਚਾਹੁੰਦੇ ਨੇ ਵੀ ਕਿਸੇ ਚੰਗੇ ਡਾਕਟਰ ਕੋਲ ਆਉਣ, ਮੈਂ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕਰਾਂਗਾ। ਸਰ, ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਤੇ ਪ੍ਰੋਪਰ ਐਡਰੈਸ ਵੀ ਜ਼ਰੂਰ ਸਮਝਾ ਦਿਓ। ਜੀ, ਸਾਡਾ ਹੈ, ਮੇਰਾ ਮੋਬਾਈਲ ਨੰਬਰ ਹੈ ਜੀ 98 140 60 900, 98 140 60 900 ਔਰ ਇਹ ਐਡਰੈਸ ਹੈਗਾ ਜੀ DMC ਹਸਪੀਟਲ ਐਂਡ ਟਰਾਮਾ ਸੈਂਟਰ, ਸ਼ਹੀਦ ਊਧਮ ਸਿੰਘ ਨਗਰ, ਜਲੰਧਰ। ਇਹ TV ਸਟੂਡੀਓ ਦੇ ਬਿਲਕੁਲ ਸਾਹਮਣੇ ਹੈ ਤੇ ਤੁਸੀਂ ਇਸ ਨੇੜੇ ਤੇੜੇ ਕਿਤੇ ਵੀ ਆਓਗੇ ਤੇ ਤੁਹਾਨੂੰ ਜ਼ਰੂਰ ਤੁਸੀਂ ਇੱਥੇ ਪਹੁੰਚ ਪਾਓਗੇ। ਇੱਕ ਚੀਜ਼ ਆਖਰ ਦੇ ਵਿੱਚ ਰਹਿ ਗਈ ਪੁੱਛਣ ਵਾਲੀ ਕਿ ਸੰਡੇ ਦੇ ਵਿੱਚ ਓਪਨ ਹੈ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਉਹਨਾਂ ਦੇ ਸਵਾਲ ਹੁੰਦੇ ਨੇ ਵੀ ਕੀ ਇਹ ਸੰਡੇ ਦੇ ਵਿੱਚ ਓਪਨ ਹੈ, ਕਿਉਂਕਿ ਬਿਜ਼ਨਸ ਦੇ ਵਿੱਚ ਹੁਣ ਕੰਮ ਦੇ ਵਿੱਚ ਉਲਝੇ ਹੁੰਦੇ ਨੇ, ਛੁੱਟੀ ਵਾਲੇ ਦਿਨ ਆਉਣਾ ਜ਼ਿਆਦਾ ਪ੍ਰੈਫਰ ਕਰਦੇ ਨੇ। ਸੰਡੇ ਓਪਨ? ਸੰਡੇ ਅਸੀਂ ਦੁਪਹਿਰ ਤੱਕ ਹੁੰਨੇ ਹਾਂ, OPD 1 ਵਜੇ ਤੱਕ ਹੁੰਦੀ ਹੈ। ਅਗਰ ਤੁਸੀਂ ਸੰਡੇ ਨੂੰ ਆਉਣਾ ਚਾਹੁੰਦੇ ਹੋ ਤੇ ਅਪਾਇੰਟਮੈਂਟ ਲੈ ਕੇ ਤੁਸੀਂ ਇਹ 10 ਵਜੇ ਤੋਂ ਲੈ ਕੇ 1 ਵਜੇ ਤੱਕ ਆ ਸਕਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਸਨ SS ਢਿੰਗਰਾ ਸਾਹਿਬ। ਤੁਸੀਂ ਗੱਲਬਾਤ ਸੁਣੀ ਕਿ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾਇਆ ਕਿ ਅਸਲ ਦੇ ਵਿੱਚ ਗੋਡਿਆਂ ਦੀ ਗਰੀਸ ਕਹਿੰਦੇ ਕਿਹਨੂੰ ਨੇ ਤੇ ਕਿਸ ਤਰੀਕੇ ਦੇ ਨਾਲ, ਜਿਵੇਂ ਆਪਾਂ ਕਹਿੰਦੇ ਗੋਡੇ ਦੀ ਗਰੀਸ ਮੁੱਕ ਗਈ, ਉਹ ਕਿਸ ਤਰੀਕੇ ਦੇ ਨਾਲ ਹੁੰਦਾ, ਉਹ ਚੀਜ਼ ਕੱਲੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਸ਼ੇਅਰ ਕਰ ਦਿਓ। ਨੰਬਰ ਇਸੇ ਕਰਕੇ ਦੇ ਰਿਹਾ ਵੀ ਕੋਈ ਵੀ ਪ੍ਰੋਬਲਮ ਘਰੇ ਬੈਠੇ ਕਿਸੇ ਪੇਸ਼ੈਂਟ ਨੂੰ ਆ ਰਹੀ ਹੈ, ਆਪਣੇ ਬਜ਼ੁਰਗਾਂ ਦੇ ਨਾਲ ਜਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਾਂ ਕਿਸੇ ਆਪਣੇ ਚਾਹਣ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਕੰਟੈਕਟ ਕਰਕੇ ਇਹਨਾਂ ਨਾਲ ਅਪਾਇੰਟਮੈਂਟ ਲੈ ਸਕਦੇ ਨੇ। ਬਿਲਕੁਲ ਸਰਲ ਤੇ ਬਿਲਕੁਲ ਸੌਖਾ ਇਲਾਜ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਚੀਜ਼ ਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿ ਮੈਨੂੰ ਹੁਣ ਡਾਕਟਰ ਨੇ ਕਹਿਤਾ ਤੇਰਾ ਆਪਰੇਸ਼ਨ ਹੋਊਗਾ, ਬਸ ਗੱਲ ਖਤਮ ਹੋ ਗਈ, ਜ਼ਿੰਦਗੀ ਖਤਮ, ਇੱਦਾਂ ਦੀ ਗੱਲ ਨਹੀਂ। ਬਹੁਤ ਸੌਖਾ ਤੇ ਬੜਾ ਆਸਾਨ ਤੇ ਬੜਾ ਚੰਗੇ ਰਿਜ਼ਲਟ ਵਾਲਾ ਜਿਹੜਾ ਆ ਆਪਰੇਸ਼ਨ ਤੁਸੀਂ ਕਰਵਾ ਸਕਦੇ ਹੋ ਸਕਦਾ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਇੱਕ ਐਸੇ ਜਿਹੜੀ ਵੀਡੀਓ ਮੈਂ ਬਣਾ ਰਿਹਾ, ਇਹ ਵੀਡੀਓ ਐਸੇ
ਪੇਸ਼ੈਂਟ ਤੱਕ ਪਹੁੰਚ ਜੇ, ਜਿਹੜਾ ਪਤਾ ਨਹੀਂ ਕਿੰਨੇ ਕੁ ਡਾਕਟਰਾਂ ਕੋਲੇ ਚਲ ਗਿਆ, ਕਿੰਨੇ ਕੁ ਮਨ ਦੇ ਵਿੱਚ ਸਵਾਲ ਸੀ ਜਾਂ ਹਾਏ ਮੇਰਾ ਗੋਡਾ ਨਾ ਬਦਲਿਆ ਜਾਵੇ, ਕੁਛ ਇਸ ਤਰੀਕੇ ਦੀ ਚੀਜ਼ਾਂ, ਪਰ ਦਿੱਕਤ ਬਹੁਤ ਆ ਰਹੀ ਹੈ। ਹੋ ਸਕਦਾ ਹੈ ਉਹ ਗੋਡਾ ਬਦਲਾ ਕੇ ਉਸ ਨੂੰ ਆਉਣ ਵਾਲਾ ਟਾਈਮ ਜਿਹੜਾ ਸੀਗਾ ਉਹਦੀ ਜ਼ਿੰਦਗੀ ਦੇ ਵਿੱਚ ਉਹ ਚੰਗਾ ਨਿਕਲੇ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।